ਲਓ ਦੇਣਾ ਧਿਆਨ, ਪਰ ਮੇਰੀ ਜਿਹੜੀ ਕਥਾ ਹੋਊ ਉਹਨੂੰ ਕਿਸੇ ਡੂੰਘੇ ਧਿਆਨ ਨਾਲ ਸੋਚ ਕੇ ਵਿਚਾਰ ਕੇ ਵੇਖਣਾ ਹੈ, ਫਿਰ ਤਾਂ ਕੋਈ ਨਾ ਕੋਈ ਰਤਨ ਤੁਹਾਨੂੰ ਲੱਭ ਜੂ। ਜੇ ਉਤਲੋ ਮਨ ਹੀ ਸੁਣੀ ਜਾਵੋ ਤਾਂ ਫਿਰ ਮੈਂ ਨਹੀਂ ਕਹਿ ਸਕਦਾ ਵੀ ਤੁਹਾਨੂੰ ਕੁਛ ਦੇਊਗਾ ਨਾਲ ਦਿਓ। ਅੱਜ ਜਿਹੜੀ ਮੈਂ ਤੁਹਾਡੇ ਅੱਗੇ ਕਥਾ ਕਹਿਣੀ ਹੈ, ਉਹ ਕਥਾ ਮੈਂ ਅੱਜ ਹੋਰ ਟਾਈਪ ਦੀ ਨਹੀਂ ਕਹਿਣੀ ਹੈ ਕਿਸੇ ਦੀ। ਉਸ ਨੂੰ ਵਿਚਾਰ ਨਾਲ ਸੁਣਨਾ ਕਿ ਜਿਸ ਮੌਕੇ ਦੁਰਯੋਧਨ ਦਾ ਖਾਤਮਾ ਕਰਤਾ, ਭੀਮ ਨੇ ਲੱਕ ਤੋੜਤਾ ਉਹਦਾ। ਉਹ ਰਾਤਰੀ ਨੂੰ ਪਿਆ ਤੜਫਦਾ ਹੈ, ਤੜਫਦੇ ਹੋਏ ਨੂੰ ਜਾ ਕੇ ਗੁਰੂ ਪੁੱਤਰ ਫਿਰ ਉਹਨੂੰ ਜਾ ਕੇ ਅਸਵਸਥਾਮਾ ਮਿਲਿਆ। ਉਹ ਮਿਲਿਆ ਤਾਂ ਉਹਦੇ ਕੋਲ ਦੁੱਖ ਸੁੱਖ ਉਹਨੇ ਰੋਇਆ। ਉਹ ਕਹਿੰਦਾ ਵੀ ਮੇਰੇ ਲਾਇਕ ਸੇਵਾ ਦੱਸ। ਕਹਿੰਦਾ ਵੀ ਗੁਰ ਭਾਈ ਤੇਰੇ ਲਾਇਕ ਸੇਵਾ ਇਹ ਹੈ, ਅੱਜ ਜੇ ਮੈਨੂੰ 5 ਪਾਂਡਵਾਂ ਦੇ ਸਿਰ ਵੱਢ ਕੇ ਲਿਆ ਦੇ ਫਿਰ ਮੈਂ ਖੁਸ਼ ਹੋ। ਅੱਛਾ ਹਾਂ। ਕਹਿੰਦਾ ਵੀ ਮੈਂ ਹੁਣ ਹੀ ਜਾਣਾ, ਅੱਜੇ ਰਾਤ ਨੂੰ ਹੀ ਤੇਰਾ ਪ੍ਰੋਗਰਾਮ ਪੂਰਾ ਕਰ। ਉਧਰ ਹੁਣ ਭਗਵਾਨ ਉਹਨਾਂ ਦੇ ਸਾਥੀ ਤੇ ਪਾਂਡਵਾਂ ਦੇ ਉਹ ਸਭ ਕਾਸੇ ਦੇ ਜਾਣੀ ਜਾਣਦੇ, ਉਹਨਾਂ ਨੇ ਤਾਂ ਕਰਾਇਆ ਸੀ ਇਹ ਸਾਰਾ ਕੁਛ। ਉਹਨਾਂ ਨੇ ਸੋਚਿਆ ਉੱਥੇ ਦ੍ਰੋਪਤਾ ਦੇ ਪੁੱਤਰ ਪਾਤੇ ਜਿਹੜੇ ਸ਼ਿਵਰ ਦੇ ਵਿੱਚ ਪਾਂਡੂ ਪੈਂਦੇ। 5 ਪੁੱਤਰ ਦ੍ਰੋਪਤਾ ਦੇ ਪਾਤੇ, ਪਾਂਡਵਾਂ ਨੂੰ ਰਾਤੇ ਚੜਾ ਕੇ ਭਗਵਾਨ ਬਾਹਰ ਲੈ ਗਏ। ਅੱਧੀ ਰਾਤ ਦਾ ਸਮਾਂ ਵਿਸ਼ਵਾਮਿਤਰ ਆਇਆ ਤੇ ਉਹਨੇ ਤੰਬੂ ਦੇ ਪਿਛਲੇ ਪਾਸੇ ਦੀ ਪਾੜ ਕੇ ਤੰਬੂ के अंदर प्रवेश हो गया। पंजे बराबर पे ने, चादर बिछाई लेके तलवारों ने पंजा दे सिर वढ़ दे नेरे च। ये पंजे पांडू ही पे ने, पंजा दे सिर वढ़ के ते वो ले गया, पहुँच गया वो कोई जंगल दे विच, कुरुक्षेत्र के मैदान मैदान दे विच गया। कहना लै बई गुर भाई मैं तो कहना आपका परन पूरा करता। अच्छा हाँ, बहुत अच्छे, खुश हो गया दुर्योधन। दुर्योधन एक शराब सी, ਉਹਨੂੰ ਸ਼ਰਾਬ ਇਹ ਤੀ ਵੀ ਤੇਰੀ ਜ਼ਿੰਦਗੀ ਜਦੋਂ ਨਿਕਲੂਗੀ ਤੈਨੂੰ ਓਡੀ ਖੁਸ਼ੀ ਤੇ ਓਡੀ ਗਮੀ ਪੈਦਾ ਹੋ। ਇਹ ਉਹਨੂੰ ਸ਼ਰਾਬ ਸੀ। ਫਿਰ ਤੇਰੀ ਜ਼ਿੰਦਗੀ ਖਤਮ ਹੋਊਗੀ ਨਹੀਂ, ਬਈ ਤੇਰੀ ਹੋ ਨਹੀਂ ਸਕਦੀ। ਉਹ ਕਹਿੰਦਾ ਵੀ ਮੈਨੂੰ ਸਿਰ ਫੜਾ ਪਾਂਡਵਾਂ ਦਾ ਕੋਈ ਚੱਕ। ਉਹਨੇ ਇੱਕ ਸਿਰ ਚੱਕਿਆ ਚਾਦਰ ਦੇ ਵਿੱਚੋਂ, ਉਹਨੂੰ ਫੜਾਤਾ। ਜਦੋਂ ਉਹਨੇ ਐਂ ਥੇਲੀਆਂ 'ਚ ਲੈ ਕੇ ਐਂ ਦੱਬਿਆ, ਉਹ ਪਤਾਸੇ ਵਾਂਗੂ ਫੁੱਟ ਗਿਆ। ਪਤਾਸੇ ਵਾਂਗੂ ਫੁੱਟਿਆ ਤਾਂ ਉਹ ਕਹਿੰਦਾ ਵੀ ਸਿਰ ਮਾਰਿਆ ਦੁਰਯੋਧਨ। ਕਹਿੰਦਾ ਪਾਂਡਵਾਂ ਦਾ ਹੋਵੇ ਸਿਰ, ਅਸੀਂ ਫਿਸ ਗਏ। ਕਹਿੰਦਾ ਨਾ ਪਾਂਡਵਾਂ ਦੇ ਨੇ। ਅੱਛਾ ਚੰਗਾ, ਮੈਨੂੰ ਭੀਮ ਦਾ ਸਿਰ ਫੜਾ ਕਿਹੜਾ। ਉਹਨੇ ਜਿਹੜਾ ਭੀਮ ਦੇ ਪੁੱਤਰ ਦਾ ਤੇ ਉਹ ਸਾਰਿਆਂ ਤੋਂ ਵੱਡਾ ਹੰਕਾਰ ਸੀ ਉਹਦਾ, ਉਹ ਸਿਰ ਚੱਕ ਕੇ ਉਹਨੇ ਫੜਾਤਾ। ਉਹਨੇ ਜਦੋਂ ਐਂ ਲੈ ਕੇ ਹੱਥਾਂ 'ਚ ਫੇਰ ਭੰਨਿਆ ਉਹਨੂੰ ਤਾਂ ਉਹ ਵੀ ਗੰਢੇ 'ਚ ਭੂਖ ਵਾਂਗੂ ਫਿਸ ਗਏ। ਦੁਰਯੋਧਨ ਕਹਿੰਦਾ ਅਸਵਸਥਾਮਾ ਪਾਂਡਵਾਂ ਦੇ ਸਿਰ ਨਹੀਂ ਹੈ। ਉਹ ਕਹਿੰਦਾ ਨਾ, ਉਸੇ ਤੰਬੂ 'ਚੋਂ ਲਿਆਇਆ ਵੱਢ ਕੇ ਜਿਹੜੇ 'ਚੋਂ ਰੋਜ਼ ਪੈਂਦੇ। ਕਹਿੰਦਾ ਨਾ, ਪਾਂਡਵਾਂ ਦੇ ਸਿਰ। ਇਤਨਾ ਦ੍ਰਿਸ਼ਾਂਤ ਦਿਖਾਇਆ, ਉੱਤੋਂ ਬਿਜਲੀ ਲਸ਼ਕ ਵੀ। ਜਦੋਂ ਬਿਜਲੀ ਦਾ ਚਾਨਣ ਪਿਆ ਮੁੱਖ ਤੇ ਉਹਨਾਂ ਬੱਚਿਆਂ ਦੇ ਮੂੰਹਾਂ 'ਤੇ, ਦੁਰਯੋਧਨ ਰੋਣ ਲੱਗ ਗਿਆ। ਕਹਿੰਦਾ ਅਸਵਸਥਾਮਾ ਤਾਂ ਸਾਡਾ ਬੇੜਾ ਹੀ ਤਬਾਹ ਕਰਤਾ। ਸਾਡਾ ਬੇੜਾ ਹੁਣ ਨਾਸ ਹੋਇਆ, ਨਹੀਂ ਸਾਡੀ ਕੋਲੋਂ ਤੁਰਦੀ। ਕਿ ਸਾਡੀ ਉਮਰ ਤਾਂ ਲੰਘ ਗਈ ਬੱਚਾ ਬੱਚੀ ਤੋਂ, ਅਸੀਂ ਤਾਂ ਖਤਮ ਆ ਸਾਰੇ। ਰਾਣੀਆਂ ਵੀ ਖਤਮ ਨੇ, ਅਸੀਂ ਵੀ ਖਤਮ। ਆਹ ਸਾਡੇ ਬੱਚੇ ਤੇ ਇਹ ਤਾਂ ਖਤਮ ਕਰਤੇ। ਹੁਣ ਸਾਡਾ ਬੇੜਾ ਬਹਿ ਗਿਆ, ਹੁਣ ਸਾਡਾ ਕੁਛ ਨਹੀਂ ਰਿਹਾ। ਉਹ ਜਦੋਂ ਪਹਿਲਾਂ ਤਾਂ ਖੁਸ਼ੀ ਹੋਈ ਵੀ ਪੰਜਾਂ ਦੇ ਸਿਰ ਆ ਗਏ, ਫਿਰ ਓਡੀ ਗਮੀ ਪੈਦਾ ਹੋ ਗਈ। ਦੁਰਯੋਧਨ ਦੇ ਪ੍ਰਾਣ ਖਤਮ ਹੋ ਗਏ ਕਿ ਬਰਾਬਰ ਹੋ ਗਈਆਂ ਨਾ ਦੋਏ। ਓਡੀ ਖੁਸ਼ੀ ਓਡੀ ਗਮੀ ਦੋਏ ਬਰਾਬਰ ਹੋਈਆਂ ਤੇ ਉਹਦੇ ਪ੍ਰਾਣ ਖਤਮ ਹੋ ਗਏ। ਅਸਵਸਥਾਮਾ ਨੇ ਸੋਚਿਆ ਵੀ ਜੇ ਅਰਜਨ ਆ ਗਿਆ ਮੈਨੂੰ ਤਾਂ ਨਹੀਂ ਛੱਡਣਾ, ਮਨਾ ਆਪਾਂ ਭੱਜ ਕੇ ਕਿਤੇ ਦੂਰ ਨਿਕਲ ਚੱਲ। ਦ੍ਰੋਪਦੀ ਨੂੰ ਪਤਾ ਲੱਗਿਆ, ਉਹ ਵਰਲਾਪ ਕਰਨ ਲੱਗੀ।
ਸਾਰੀਆਂ ਬੁੜੀਆਂ ਰੋਣ ਲੱਗ ਗਈਆਂ ਵੀ ਇਹ ਕਿਸੇ ਨੇ ਕੀ ਜ਼ੁਲਮ ਕੀਤਾ। ਇੰਨੇ ਭਗਵਾਨ ਵੀ ਲੈ ਕੇ ਰੱਥ ਪਹੁੰਚ ਗਏ। ਭਗਵਾਨ ਨੇ ਆ ਕੇ ਜਦੋਂ ਦੇਖਿਆ ਵੀ ਇਹ ਤਾਂ ਅਸੁਸਤਾਮਾ ਕਰ ਗਿਆ। ਅਰਜਨ ਇਹ ਕੰਮ ਅਸੁਸਤਾਮਾ ਦਾ। द्रौपदी ਹੁਣ ਪੁੱਤਰਾਂ ਬਾਰੀ ਬਾਰੀ ਪੁੱਤਰਾਂ ਦੇ ਸਿਰ ਚੱਕ ਕੇ ਛਾਤੀ ਨਾਲ ਲਾ ਲਾ ਕੇ ਰੋਂਦੀ। ਅਰਜਨ ਨੇ ਪ੍ਰਤਿੱਗਿਆ ਕੀਤੀ, ਕਹਿੰਦਾ द्रौपदी ਰੋ ਨਾ, ਕਿਉਂ ਧੀਰਜ ਕਰ, ਮੈਂ ਚੱਲਿਆ ਅਸੁਸਤਾਮਾ ਨੂੰ ਫੜ ਕੇ ਇੱਥੇ ਲਿਆਉਂਗਾ, ਸਿਰ ਵੱਢ ਕੇ ਤੈਨੂੰ ਉਹਦੇ ਸਿਰ ਦੇ ਉੱਤੇ ਤੇ ਇਸ਼ਨਾਨ ਕਰਾਂ, ਫਿਰ ਤੈਨੂੰ ਸਬਰ ਆਊ। ਕਹਿੰਦੀ ਬਹੁਤ ਅੱਛਾ। ਭਗਵਾਨ ਕਹਿੰਦਾ ਮੋੜੋ ਹੱਕ ਦੇ। ਕਹਿੰਦਾ ਹੁਣ ਪੌਣੀ ਮਾਤ ਕਰ ਦੇ, ਐਸਾ ਰਥ ਚਲਾਉਣਾ, ਮੈਨੂੰ ਕਿਹੜਾ ਟਕਰਾ ਦੇ। ਉਹ ਕਹਿੰਦਾ ਲੈ। ਜਦੋਂ ਅਸੁਸਤਾਮਾ ਦੇ ਨੇੜੇ ਜਾ ਰਹੇ, ਅਸੁਸਤਾਮਾ ਨੂੰ ਵੀ ਪਤਾ ਲੱਗ ਗਿਆ ਵੀ ਆ ਗਿਆ ਅਰਜਨ। ਉਹਨੂੰ ਮੂਹਰੋਂ ਬਰਮਾਸਤਰ ਛੱਡਤਾ। ਬਰਮਾਸਤਰ ਛੱਡਿਆ ਤੇ ਬਰਮਾਸਤਰ ਆਉਂਦਾ ਲਾਟਾਂ ਦਿੰਦਾ, ਆਕਾਸ਼ ਮਾਗਰ ਦੇ ਪੈਂਡੇ ਨੂੰ ਕੱਟਦਾ ਹੋਇਆ। ਭਗਵਾਨ ਕਹਿੰਦੇ ਅਰਜਨ ਇਹਨੇ ਬਰਮਾਸਤਰ ਛੱਡਤਾ ਮੂਹਰੋਂ, ਹੁਣ ਤੂੰ। ਕਹਿੰਦਾ ਮਹਾਰਾਜ ਮੈਨੂੰ ਹੁਕਮ ਹੋਵੇ। ਕਹਿੰਦੇ ਚਲਾ ਦੇ। ਉਹਨੇ ਆਪਦਾ ਬਰਮਾਸਤਰ ਛੱਡਦਾ। ਉਹ ਦੋਵੇਂ ਬਰਮਾਸਤਰ ਤੇ ਜਿਹੜੇ ਆਕਾਸ਼ ਦੇ ਵਿੱਚ ਟਕਰਾਉਣ ਲੱਗ ਗਏ। ਉਹ ਇੱਧਰ ਨੂੰ ਆਉਂਦਾ, ਉਹ ਪਿੱਛੇ ਨੂੰ ਧੱਕਦਾ। ਦੋਵੇਂ ਤਾਕਤ ਇੱਕੋ ਹੀ ਹੈ। ਉਹ ਆਕਾਸ਼ ਮਾਰਗ ਦੇ ਵਿੱਚ ਅੱਗ ਪੈਦਾ ਹੋ ਗਈ। ਜਦੋਂ ਅੱਗ ਦੀਆਂ ਪਹਾੜਾਂ ਜੜ ਜੜ ਲਾਟਾਂ ਦਿੱਤੀਆਂ ਉਹਨਾਂ ਹਥਿਆਰਾਂ ਨੇ। ਭਗਵਾਨ ਕਹਿੰਦੇ ਅਰਜਨ ਇਹਨਾਂ ਨੂੰ ਤੇਰਾ ਗੁਰ ਭਾਈ ਤਾਂ ਨਹੀਂ ਰੋਕ ਸਕਦਾ, ਹੁਣ ਤੇਰੇ ਕੋਲ ਹੈ ਇਹ ਮੰਤਰ, ਇਹਨਾਂ ਦੋਹਾਂ ਨੂੰ ਰੋਚ ਕੇ ਥੱਲੇ ਲਾ ਲੈ, ਨਹੀਂ ਬ੍ਰਹਮੰਡ ਮੱਚ ਜੂ। ਜੇ ਐਵੇਂ ਜਿਵੇਂ ਟਕਰਾਉਂਦੇ ਰਹੇ, ਪਹਾੜੀਆਂ ਨੂੰ ਅੱਗ ਲੱਗ ਉੱਠੂ, ਜਲਾਂ ਤੇ ਅੱਗ ਮੱਚ ਉੱਠੂ, ਖਤਮ ਹੋ ਜੂ ਸੰਸਾਰ। ਉਹਨੇ ਕਰਿਆ ਯਾਦ ਗੁਰੂ ਨੂੰ, ਦੋਵੇਂ ਖਿੱਚ ਲਏ ਮੰਤਰ ਸ਼ਕਤੀ ਦੇ ਨਾਲ। ਗੁਰੂ ਵਾਲਾ ਅਸਤਰ ਵੀ ਖਿੱਚ ਲਿਆ ਤੇ ਆਪਦੇ ਵਾਲਾ ਵੀ ਖਿੱਚ ਲਿਆ, ਦੋਵੇਂ ਪੱਥੇ 'ਚ ਪਾ ਲਏ। ਦ੍ਰੋਣਾਚਾਰਜ ਨੂੰ ਜਾ ਕੇ ਫੜ ਲਿਆ, ਦੁੜਾ ਕੇ ਰੱਥ ਫੜ ਕੇ ਤੇ ਉਹਨੂੰ ਰੱਸਿਆ ਨਾਲ ਨੂੜ ਕੇ ਰੱਥ ਦੇ ਮਗਰਲੇ ਪਾਸੇ ਬੰਨ ਕੇ ਤੇ ਲੈ ਕੇ ਆ ਗਏ। ਆ ਕੇ ਦ੍ਰੋਪਦੀ ਜਿੱਥੇ ਰੋਂਦੀ ਹੈ ਉੱਥੇ ਆ ਗਿਆ। ਲੈ ਕਹਿੰਦਾ द्रौपदी ਪਾਣੀ ਦੀ ਬਾਲਟੀ ਮੰਗਾ ਲਿਆ, ਮੈਂ ਇਹਦਾ ਸਿਰ ਵੱਢਦਾ, ਇਹਦੀ ਲਾਸ਼ ਦੇ ਉੱਤੇ ਖੜ ਕੇ ਨਾ। ਉਹ ਜਦੋਂ ਐ ਝਾਕੀ ਅਸੁਸਤਾਮਾ ਬਣੀ, ਫਿਰ ਭਗਵਾਨ ਬਣੀ ਝਾਕੀ। ਭਗਵਾਨ ਕਹਿੰਦੇ ਭੈਣ ਕੀ ਸੋਚਦੀ ਐ? ਕਹਿੰਦੀ ਮਹਾਰਾਜ ਮੈਂ ਇਹ ਸੋਚਦੀ ਵੀ ਮੇਰੇ ਪੁੱਤ ਤਾਂ ਹੁਣ ਜਿਹੜਾ ਕੰਮ ਹੋਣਾ ਸੀ ਹੋ ਗਿਆ, ਇਹਨਾਂ 'ਚ ਤਾਂ ਜ਼ਿੰਦਗੀ ਨਹੀਂ ਪੈਂਦੀ। ਇਹ ਅਰਜਨ ਜੇ ਹੁਣ ਇਹਨੂੰ ਕਤਲ ਕਰੂਗਾ ਤਾਂ ਬਰਮ ਹੱਤਿਆ ਲੱਗੂ, ਫਿਰ ਗੁਰੂ ਦਾ ਪੁੱਤਰ ਹੈ, ਫਿਰ ਇਹਨਾਂ ਨੇ ਸਭ ਨੇ ਇਹਦੇ ਪਿਤਾ ਤੋਂ ਵਿੱਦਿਆ ਸਿੱਖੀ ਹੈ। ਇਸ ਕਰਕੇ ਮੈਂ ਕਹਿੰਦੀ ਹਾਂ ਵੀ ਅਰਜਨ ਤੋਂ ਛੁਡਵਾ ਦੇ। ਸਾਰੇ ਕਹਿਣ ਲੱਗੇ ਵੀ ਧੰਨ ਹੈ द्रौपदी ਤੋਂ, ਜਿਹਦੇ 5 ਪੁੱਤ ਕਤਲ ਕਰਤੇ ਅਜੇ ਤੂੰ ਇਹਨੂੰ ਮਾਫ ਕਰਦੀ ਹੈ। ਭਗਵਾਨ ਕਹਿੰਦੇ ਵੀ ਅਰਜਨ ਹੁਣ, ਕਹਿੰਦਾ ਮਹਾਰਾਜ ਫਿਰ ਮੈਂ ਮਰੂ, ਮੇਰੀ ਪ੍ਰਤਿੱਗਿਆ ਝੂਠੀ ਜਾਂਦੀ ਹੈ ਕੀਤੀ ਹੋਈ। ਕਹਿੰਦਾ ਮੈਂ ਤੁਹਾਨੂੰ ਤਰੀਕਾ ਦੱਸਦਾ, ਇੱਕ ਤਾਂ ਕਹਿੰਦਾ ਇਹਦਾ ਸਿਰ ਮੂੰਹ ਮੁੰਡਦੇ, ਦੂਜੇ ਇਹਦੇ ਇੱਥੇ ਮਸਤਕ ਦੇ ਵਿੱਚ ਮਣੀ ਹੈ, ਉਹ ਤੀਰ ਦੀ ਨੋਕ ਦੇ ਨਾਲ ਮਣੀ ਕੱਢ ਲੈ, ਇਹ ਮਰਿਆ ਵਰਗਾ ਹੀ ਹੋ ਗਿਆ। ਇਹ ਨੀਤੀਆਂ ਕਹਿੰਦੀਆਂ ਜਿਸ ਬੰਦੇ ਦਾ ਇਹ ਹਾਲਤ ਹੋ ਜੇ ਉਹ ਮਨੋਂ ਵੀ ਮਰ ਗਿਆ। ਅਰਜਨ ਨੇ ਉਸੇ ਹੀ ਕਰਿਆ, ਕਹਿੰਦਾ ਛੱਡ ਦੇ ਇਹਨੂੰ। ਉਹ ਛੱਡਤਾ, ਛੱਡਿਆ ਹੋਇਆ ਤੇ ਦੂਰ ਜਾ ਕੇ ਉਹਨੇ ਬਰਮਾਸਤਰ ਫੇਰ ਛੱਡਤਾ। ਕਹਿੰਦਾ ਉੱਤਰਾ ਦੇ ਪੇਟ 'ਚ ਬੱਚਾ ਉਹਨੂੰ ਵੀ ਖਤਮ ਕਰ, ਇਹਨਾਂ ਦੀ ਹੁਣ ਬੰਸ ਨਾ ਰਹੀ। ਉੱਤਰਾ ਦੇ ਪੇਟ ਨੂੰ ਜਦੋਂ ਅਗਨੀ ਦਾ ਸੇਕ ਲੱਗਣ ਲੱਗਿਆ, ਉਹ ਭੱਜ ਕੇ ਮਾਤਾ ਕੁੰਤੀ ਕੋਲ ਜਾ ਵੜੀ। ਮਾਤਾ ਕੁੰਤੀ ਨੂੰ ਕਹਿਣ ਲੱਗੀ ਵੀ ਮੈਨੂੰ ਤਾਂ ਐਂ ਲੱਗਦਾ ਵੀ ਜਿਵੇਂ ਮੇਰੇ ਸਰੀਰ ਨੂੰ ਅੱਗ ਲੱਗ ਗਈ ਹੁੰਦੀ ਹੈ।
माता कुंती ने याद किया परमात्मा ने, स्तुति की भी हे परमात्मा तेरे बिना साडा कोई है नहीं, साडी विपता तो कटण वाला तू ही है, जिमें मुढ़ा तो कटना है उमें जिमें रख। भगवान ने आपका सुदर्शन चक्र छड्डता, अंगूठे की तरह सुदर्शन चक्र ते आप एक अंगूठा जिहड़ा आपां कागज ते लाउने, इतना शरीर करके उत्तरा दे गर्भ दे विच प्रवेश हो प्रवेश हो गए, राखी की चारों तरफ। तो उत्तरा दे पेट च बच्चा सी जिहड़ा जिहदा नाम परीक्षित सी, उन्हां दे पेट च ओहदी रक्षा की। वो परीक्षित ने जो जन्म लिया वो ऐ चार छपेरे झाकण लग्या भी जिहड़ा मेरे आले दुआले फिरदा सी घुमदा चक्कर ले, वो कोई है इत्थे बैठा। वो जो ऐ झाकण लग्या जन्म लैंदे, वो सारे कहंदे जन्म लैंदे ही ऐ झाकदा बच्चा। उत्थों ਉਹਦਾ ਨਾਂ ही परीक्षित रखता। वो करदा तां परीक्षा थी भी वो किधर गई मूर्ति जिहड़ी मैं देखदा सी गर्भ च। इत्थों तक जो कहानी गई तो उधर भीष्म पितामह जी पे ने बाण छज्जा ते, वो बाण छज्जा ते पे ने ते इधर धर्मपुत्र गद्दी दे उत्ते विराजमान हो गया। राज तो ले लिया धर्मपुत्र ने, राज करन भी लग गया, हदायतां भी सारे महकमा नूं देतियां भी मेरा कोई प्रजा का बच्चा ना दुखी होवे। जे कोई प्रजा का बच्चा मैं दुखी देख लिया मैं थोड़ा दुख में चक दूं। ये हदायतां अफसरां नूं देतियां कचहरियां ने, पर हदायतां देतियां राज चलन लग गया, धन धन होण लग गई धर्मपुत्र दी भी आ है राज। वो पापी चले गए, रोणों नहीं हटदा, दिल ते की सदमा बैठा। कहना एक है इस गद्दी की खातर मैं सारा कोड़मा तोबा कराता, आ गद्दी के खातर मुट्ठी राज की खातर मैं सारा कोड़मा तबाह करता कराता। इस पाप तो रहित मैं किड्डे हूँ, चारे युग बीत जाएंगे मैं तो नरकां च ही गेड़े खाऊं। ऐसा जो वो सोच के विचार करन लग्या तो नारद जी आ गए। नारदिया जी ने बहुत समझाया, नहीं समझा। नारद तो पिछों वेद व्यास जी आ गए, अंगरा जी आ गए, होर ऋषि महारिषि इकट्ठे हो गए, सारे ज्ञान उपदेश देने लगे। भगवान कृष्ण जी भी आ गए भी ये धर्म पुत्र ये धर्म का युद्ध किया, कोई पाप का नहीं किया। ये राजियां का काम ही है धर्म युद्ध करना, आपदे हक्कां लई लड़ना, ते तू आपदे हक लई लड़े। मैं तो वो इन्हां कोले तेरा भेजे डाकिया बन के भी आ गया थी। कृष्ण कहता मैं थोथों इलावा तुझ तो अध मंगते थे, कहना मैं हौली 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 घटदा कहना 5 पिंडां ते जा गया। कहना मैं दुर्योधन नूं इत्थे तक भी कहा भी वो 5 भरा ने सारे हिंदुस्तान चो हण तद दे मालक, मैनू 5 ही पिंड दे दे, मैं थोड़ी सुलह करा देना। वो 5 पिंडां की वंडाई नाल ही आपदा गुजारा कर लेंगे, पर थोड़े विच युद्ध होना चंगा। वो बेईमान ने कहना मैनू 5 पिंड बिना मंगे दिते, फिर भी उसे लीह च गया। कहना मैं तू तो कृष्ण 5 पिंड मंगना है, ਜਿਹੜਾ ਸੂਈ ਦਾ ਮੂਹਰਲਾ ਹਿੱਸਾ ਹੁੰਦਾ ਹੈ, ਨੋਕ ਹੁੰਦੀ ਹੈ ਜਿਹੜੀ ਸੂਈ ਦੀ, ਇਤਨੀ ਜਗ੍ਹਾ ਵੀ ਮੈਂ ਉਹਨਾਂ ਨੂੰ ਨਹੀਂ ਦਿੰਦਾ ਯੁੱਧ ਕਰੇ ਬਿਨਾ। ਇੱਥੋਂ ਤੱਕ ਉਹਨੇ ਮੈਨੂੰ ਜਵਾਬ ਦਿੱਤਾ। ਫਿਰ ਮੈਂ ਤੁਹਾਡਾ ਯੁੱਧ ਲਵਾਇਆ ਤਾਂ ਤੈਨੂੰ ਰਾਜ ਲਵਾਇਆ। ਹੁਣ ਤੂੰ ਜਿਹੜੇ ਸੰਸੇ ਕਰਦੇ ਤਾਂ ਫਾਲਤੂ ਕਰਦੇ, ਤੇਰਾ ਹੱਕ ਸੀ ਉਹਨਾਂ ਨੂੰ ਪਾਪੀਆਂ ਨੂੰ ਮਾਰਨਾ, ਤੂੰ ਰਾਜ ਕਰ ਧਰਮ ਦਾ। पर नहीं रोणों हटदा। सारे विचार के वेद व्यास वर्गा ने बथेरा समझाया कि बेटा तू जान दे, रोण छड़ दे, तू राज कर। नहीं जो समझया
ਫਿਰ ਉਹ ਸਾਰੇ ਬੈਠ ਕੇ ਰਾਏ ਕਰਦੇ ਨੇ, ਕਹਿੰਦੇ ਵੀ ਹੁਣ ਕਿਵੇਂ ਕਰੀਏ, ਇਹਦਾ ਰੋਣਾ ਕਿਵੇਂ ਛਡਾਈਏ। ਭਗਵਾਨ ਕਹਿੰਦੇ ਆਪਣੇ ਕਹੇ ਹੁਣ ਕੁਛ ਨਹੀਂ ਕਰਨਾ। ਕਿਉਂ? ਇਹਨੂੰ ਆਪਾਂ ਇਸੇ ਦੇ ਪਿਤਾ ਕੋਲੇ ਲੈ ਚੱਲੋ, ਜਿਹੜਾ ਇਹਦਾ ਪਿਤਾਮਾ ਹੈ, ਇਹਦੇ ਬਾਪ ਦਾ ਬਾਪ, ਉਹਦੇ ਕੋਲ ਲੈ ਚੱਲੋ ਆਪਾਂ ਇਹਨੂੰ, ਉਹ ਰਸਤੇ ਪਾਊ ਇਹਨੂੰ, ਨਹੀਂ ਤਾਂ ਇਹ ਫਿਰ ਮੁੱਕਰੇ ਦਾ ਖੜਾ ਹੀ ਹੈ। ਜੇ ਰੋਣਾ ਛੱਡੂ ਤਾਂ ਉਹ ਛਡਾਊਗਾ, ਆਪਣੀ ਤਾਕਤ ਨਹੀਂ, ਆਪਾਂ ਸਾਰੇ ਲਾਵਟ। ਧਰਮ ਪੁੱਤਰ ਨੂੰ ਨਾਲ ਲੈ ਲਿਆ ਤੇ ਉਧਰੋਂ ਭੀਸ਼ਮ ਜੀ ਦਾ ਸੁਨੇਹਾ ਆ ਗਿਆ ਵੀ ਬੇਟਾ ਹੁਣ ਮੇਰੀ ਤਿਆਰੀ ਹੈ, ਮੈਂ ਹੁਣ ਸੰਸਾਰ ਛੱਡੂੰਗਾ ਤੇ ਮੈਨੂੰ ਤੁਸੀਂ ਤਿਲਾਂਜਲੀ ਦੇ ਦਿਓ। ਚਲੋ ਵੀ ਕਹਿੰਦੇ ਭੀਸ਼ਮ ਜੀ ਦਾ ਸੁਨੇਹਾ ਆ ਗਿਆ, ਪਤਾ ਪਹਿਲਾਂ ਹੀ ਤਿਆਰ ਬੈਠੇ ਤੇ। ਲੈ ਕੇ ਧਰਮ ਪੁੱਤਰ ਨੂੰ ਨਾਲ ਵੇਦ ਵਿਆਸ ਨਾਰਦ ਜੀ ਸਾਰੇ ਰਿਸ਼ੀ ਮੁਨੀ ਹੋਰ ਭੈਣ ਭਾਈ ਦ੍ਰੋਪਤਾ ਦੇ ਸਮੇਤ ਸਾਰੇ ਚਲੇ ਗਏ ਤੇ ਅੱਗੇ ਬਾਣ ਛੇਜਾ ਤੇ ਪਿਆ ਮਸਤ ਹੋਇਆ। ਸਭ ਨੇ ਜਾ ਨਮਸਕਾਰ ਕੀਤੀ, ਮੱਥਾ ਟੇਕਿਆ। ਮੱਥਾ ਟੇਕ ਕੇ ਕਹਿਣ ਲੱਗੇ ਆਓ ਮਹਾਰਾਜ। ਦਰਸ਼ਨ ਦਿੱਤੇ, ਭਗਵਾਨ ਨੂੰ ਨਮਸਕਾਰ ਕੀਤੀ, ਰਿਸ਼ੀਆਂ ਨੂੰ ਵੇਦ ਵਿਆਸ ਨੂੰ ਨਾਰਦ ਨੂੰ ਸਭ ਨੂੰ ਮੱਥੇ ਟੇਕੇ। ਭੀਸ਼ਮ ਪਿਤਾਮਾ ਕਹਿੰਦਾ ਹੁਣ ਦੱਸੋ ਵੀ ਮੇਰੇ ਕੋਲ ਕਿਵੇਂ ਆਏ ਹੋ ਤੁਸੀਂ ਸਾਰੇ ਜੁੜ ਕੇ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਮਹਾਰਾਜ ਅਸੀਂ ਸਾਰੇ ਥੱਕ ਗਏ, ਇਹਨੂੰ ਸਮਝਾ ਸਾਡਾ ਸਮਝਾਈਦਾ ਕੋਈ ਇਹਦੇ ਮਨ ਤੇ ਤਿਲ ਭਰਦਾ ਨਹੀਂ, ਜਿੰਨਾ ਅਸਰ ਨਹੀਂ ਹੋਇਆ। ਹੁਣ ਇਹਨੂੰ ਤੁਸੀਂ ਰਾਹ ਪਾਓ, ਜੇ ਤੁਹਾਡੇ ਕਹੇ ਕੋਈ ਮੰਨ ਲੈ ਗੱਲ। ਕੀ ਗੱਲ? ਕਹਿੰਦੇ ਰੋਣੋਂ ਨਹੀਂ ਹਟਦਾ। ਇਹ ਕਹਿੰਦਾ ਵੀ ਮੈਂ ਇਹ ਰਾਜਗੱਦੀ ਤੋਂ ਕਰਾਉਣਾ ਕੀ ਹੈ, ਇੱਥੇ ਤੱਕ ਖੇਲਾਂ ਖੇਲ ਕੇ ਰਾਜ ਪ੍ਰਾਪਤ ਕੀਤਾ, ਹੁਣ ਇਹ ਆਏ ਕਹਿੰਦੇ ਵੀ ਮੈਨੂੰ ਤਾਂ ਗੱਦੀ ਲਹੂ ਦੀ ਭਿੱਜੀ ਦੀ ਨਹੀਂ ਹੈ, ਮੈਂ ਤੇ ਬੈਠ ਕੇ ਕੀ ਕਰੂੰ, ਮੈਂ ਤੇ ਜ਼ਿਆਦਾ ਫੇਰ ਹੈਰਾਨ ਹੂੰ। ਅੱਛਾ ਹਾਂ ਧਰਮ ਪੁੱਤਰ ਕਿਉਂ ਬੇਟਾ? ਕਹਿੰਦਾ ਜੀ ਪਿਤਾਮਾ ਜੀ ਮੈਂ ਖੂਨ ਭਰੀ ਗੱਦੀ ਤੇ ਬੈਠ ਕੇ ਰਾਜੀ ਨਹੀਂ, ਜਿਹੜੀ ਖੂਨ ਦੀ ਭਿੱਜੀ ਪਈ ਹੈ ਗੱਦੀ, ਇਹ ਤੇ ਬੈਠ ਕੇ ਮੈਂ ਰਾਜੀ ਨਹੀਂ। ਕਿਉਂ? ਮੇਰਾ ਨਰਕਾਂ ਦੇ ਵਿੱਚ ਵਾਸ ਹੋਊਗਾ, ਮੈਂ ਇਸ ਤੇ ਕਾਸ ਨੂੰ ਬੈਠਾ, ਮੈਂ ਨਰਕ ਭੋਗੂ, ਮੈਂ ਤਾਂ ਕੋੜਮਾ ਖਤਮ ਕਰਤਾ ਇਹ ਰਾਜ ਪਿੱਛੇ। ਭੀਸ਼ਮ ਪਿਤਾਮਾ ਉਪਦੇਸ਼ ਦੇਣ ਲੱਗ ਗਏ, ਕਹਿੰਦੇ ਬੇਟਾ ਇਹ ਛੱਡ ਦੇ ਖਿਆਲ, ਛੱਡ ਦੇ ਖਿਆਲ। ਕਿਉਂ? ਤੇਰੇ ਸਿਰੇ ਇਸ ਪਾਪ ਦਾ ਭੋਰਾ ਵੀ ਨਹੀਂ ਇਸ ਦਾ। ਉਹ ਪਾਪੀ ਤੇ ਕਲਯੁਗੀ ਹਰੇ ਹੋਏ ਤੇ, ਇਹ ਸਭ ਰਾਖਸ਼ ਰੂਪ ਤੇ ਜਿਹੜੇ ਨਮੇੜੇ ਨੇ ਭਗਵਾਨ ਨੇ। ਤੇ ਇਹ ਕਮਲਿਆ ਤੂੰ ਰੋਣ ਡਹਿ ਗਿਆ, ਹੁਣ ਇਹ ਤੇਰਾ ਹੱਕ ਸੀ, ਤੂੰ ਧਰਮ ਹੈ। ਤੈ ਤਾਂ ਤਬ ਦੁੱਧੋਂ ਪਾਣੀ ਛੀਨਣਾ ਹੈ, ਪਾਣੀ ਹੰਸ ਦੀ ਚੁੰਝ ਹੈ ਤੇਰੀ ਜਿਹੜੀ ਜ਼ਬਾਨ ਹੈ। ਹੰਸ ਜੇ ਆਪਦਾ ਪਾਣੀ ਦੁੱਧ ਮਿਲਿਆ ਹੋਵੇ ਮੂੰਹ ਵਿੱਚ ਡੋਬ ਦੇ, ਪਾਣੀ ਇੱਕ ਪਾਸੇ ਹੋ ਜੂ, ਦੁੱਧ ਇੱਕ ਪਾਸੇ ਹੋ ਜੂ। ਤੂੰ ਉਹ ਹੰਸ ਰੂਪੀ ਧਰਮ ਹੈ, ਤੂੰ ਰੋਣਾ ਨਹੀਂ, ਤੇਰਾ ਰੋਣਾ ਫਜ਼ੂਲ ਹੈ। ਕਹਿੰਦਾ ਪਿਤਾ ਜੀ ਐਂ ਦੱਸੋ ਵੀ 18 ਖੋਣੀਆਂ ਖਤਮ ਹੋ ਗਈਆਂ ਇਸ ਰਾਜ ਦੀ ਗੱਦੀ ਵਿੱਚ, ਇਹਨਾਂ ਦਾ ਅਜੇ ਮੈਨੂੰ ਪਾਪ ਹੀ ਨਹੀਂ ਕਹਿੰਦਾ, ਭੋਰੇ ਪਾਣੀ ਵੀ ਪਾਪ ਨਹੀਂ। ਜੇ ਚਲੋ ਤੂੰ ਵਹਿਮ ਵੀ ਕਰਦਾ ਤਾਂ ਫਿਰ ਇੱਕ ਗੱਲ ਹੋਰ ਆ, ਉਹ ਤੇਰੇ 'ਚ ਸਮਰੱਥ ਹੈਗੀ, ਤੇਰੇ ਭਰਾਵਾਂ 'ਚ ਸਮਰੱਥ ਹੈ। ਕਿਉਂ? ਰਾਏ ਸੂਈ ਜੱਗ ਕਰਦੇ ਜਾਂ ਸਮੇਤ ਜੱਗ ਕਰਦੇ, ਤੂੰ ਆਪਦੀ ਜੇ ਤੇਰੇ ਦਿਲ ਤੇ ਗਲਿਆਨੀ ਹੈ ਤੂੰ ਲਾ ਲਾ, ਪਰ ਤੈਨੂੰ ਪਾਪ ਪੁੰਨ ਕੁਛ ਨਹੀਂ ਇਹਦੇ 'ਚ, ਨਾ ਤੈਨੂੰ ਪੁੰਨ ਹੈ ਨਾ ਤੈਨੂੰ ਪਾਪ ਹੈ। ਠੀਕ ਹੈ ਤੂੰ ਧਰਮ ਹੈ, ਇਹ ਅਧਰਮੀ ਤੇ ਇਹਨਾਂ ਨੂੰ ਨਿਬੇੜਨਾ ਤੇਰਾ ਹੱਕ ਬਣਦਾ ਸੀ, ਇਹ ਤੇਰੇ ਹੱਥੋਂ ਨਿਬੜ ਗਏ ਤੇ ਤੇਰੇ ਭਰਾ ਲੈਣਾ। ਨਹੀਂ ਤੂੰ ਇਹ ਗੱਲ ਨਾ ਕਰ। ਇੱਕ ਮੈਂ ਬੇਟਾ ਤੁਹਾਨੂੰ ਗੱਲ ਕਹਿਣਾ, ਉਹ ਵੀ ਦੱਸੋ ਜੀ। ਹੁਣ ਪੰਜੇ ਭਰਾ ਖੜੇ ਨੇ, ਦ੍ਰੋਪਤਾ ਖੜੀ ਹੈ, ਸਾਰੇ ਰਿਸ਼ੀ ਮੁਨੀ ਖੜੇ ਨੇ,
ਕਿਤੇ ਕੋਈ ਮੇਰੇ ਵਾਲਾ ਪਰਨ ਨਾ ਕਰ ਬੈਠੇ। ਇਹ ਨਹੀਂ ਥੋਤੋਂ ਪੁੱਗਣਾ। ਇਹ ਤਾਂ ਭੀਸ਼ਮੀ ਸੀ ਜਿਹੜਾ ਪਗਾ ਚੱਲਿਆ ਆਪਦੀਆਂ, ਤੇ ਥੋਥੋ ਹੀ ਨਿਭਣਾ। ਐਸਾ ਪਰਨ ਨਾ ਕੋਈ ਕਰ ਸਕਿਓ। ਧਰਮ ਦਾ ਰਾਜ ਚਲਾਈ ਬੇਟਾ, ਪਰਜਾ ਨੂੰ ਸੁਖੀ ਰੱਖੀ, ਜਾਤਕ ਪੁਰਸ਼ਾਂ ਨੂੰ ਸੁਖੀ ਰੱਖੀ, ਸਾਧੂ ਮਹਾਤਮਾ ਦੇ ਉੱਤੇ ਨਿਗਾਹ ਰੱਖੀ, ਤਪੀਸਰਾਂ ਤੇ ਨਿਗਾਹ ਰੱਖੀ। ਉਹ ਤੇਰੀ ਡਿਊਟੀ ਹੈ, ਤੂੰ ਰਾਜ ਹੈ ਇਸ ਮੰਡਲ ਦਾ। ਅੱਜ ਤੇਰੀ ਪ੍ਰਿਥਵੀ ਦਾ ਮਾਲਕ ਹੈ ਤੂੰ, ਆਪਦੀ ਤੇ ਸਾਰੀ ਦਾ। ਇਹ ਉਪਦੇਸ਼ ਜਦੋਂ ਦੇਣ ਲੱਗੇ ਭੀਸ਼ਮ ਪਿਤਾਮਹ ਜੀ, ਤਾਂ ਦ੍ਰੋਪਦਾ ਅਰਜਨ ਬੰਨੀ ਮੂੰਹ ਕਰਕੇ ਫੇਰ ਕੇ ਹੱਸਣ ਲੱਗ ਗਈ। ਜਦੋਂ ਹੱਸਣ ਲੱਗ ਗਈ ਤੇ ਪਿਤਾਮਹ ਜੀ ਜਾਣਗੇ ਵੀ ਜਿਹੜਾ ਦ੍ਰੋਪਦਾ ਹੱਸਦੀ ਹੈ ਕੋਈ ਗੱਲ ਹੈ। ਬੇਟਾ ਦ੍ਰੋਪਦਾ ਕਹਿੰਦੀ ਹਾਂ ਪਿਤਾ ਜੀ। ਬੇਟਾ ਇੱਧਰ ਮੇਰੇ ਬੰਨੀ ਮੂੰਹ ਕਰ। ਤੂੰ ਜਿਹੜਾ ਹੱਸਦੀ ਹੈ ਸੱਚਾ ਹੱਸਦੀ ਹੈ, ਮੈਨੂੰ ਪਤਾ ਵੀ ਤੂੰ ਕਾਹਤੋਂ ਹੱਸਦੀ ਹੈ, ਇਹਨੂੰ ਗਿਆਨ ਹੈ। ਇਸ ਮੌਕੇ ਕਹਿੰਦਾ ਮੈਂ 3 ਲੋਕ ਦੀ ਵਿਦਿਆ ਮੇਰੇ ਪ੍ਰਾਪਤ ਹੈ, 3 ਲੋਕਾਂ ਦਾ ਹਾਲ ਦੱਸ ਸਕਦਾ ਮੈਂ। ਇੱਥੇ ਤੱਕ ਮੇਰੀ ਪਾਵਰ ਹੈ। ਮੈਂ ਭੀਸ਼ਮ ਦੁਬਾਰੇ ਨਹੀਂ ਜੰਮਣਾ। ਬਿੱਲੀ ਇਹ ਛੇਜਾਂ ਤੇ ਪਊਗਾ ਜਿਹੜਾ ਪਊਗਾ, ਅਸਲ ਤਾਂ ਪੈ ਹੀ ਨਹੀਂ ਸਕਦਾ ਇਹ ਸੰਸਾਰ 'ਚ। ਇਹ ਭੀਸ਼ਮ ਹੀ ਤੀ ਜਿਹੜਾ ਬਣਨ ਦੀ ਛੇਜਾਂ ਤੇ ਪਿਆ। ਪਰ ਬੇਟਾ ਤੂੰ ਐ ਹੱਸਦੀਆਂ ਵੀ ਜਿਹੜੇ ਹੁਣ ਤੂੰ ਉਪਦੇਸ਼ ਸਾਨੂੰ ਦਿੰਦਾ, ਮੈਂ ਦੱਸ ਦਿੰਦਾ ਤੇਰੀ ਹੱਸਣ ਦਾ ਕਾਰਨ। ਕਹਿੰਦੀ ਦੱਸੋ ਪਿਤਾ ਜੀ। ਤੂੰ ਐ ਹੱਸਦੀਆਂ ਵੀ ਜਿਹੜੇ ਅੱਜ ਉਪਦੇਸ਼ ਦਿੰਦਾ ਸਾਨੂੰ, ਵੀ ਜਿੱਦੇ ਮੇਰੇ ਸਭਾ 'ਚ ਚੀਰ ਲੈਂਦੇ ਤੇ ਮੈਨੂੰ ਨਗਨ ਕਰਦੇ ਤੇ ਉਹਦੇ ਤੇਰੇ ਇਹ ਉਪਦੇਸ਼ ਕਿੱਥੇ ਤੇ? ਉਹ ਉਪਦੇਸ਼ ਇਹ ਉਹਦੇ ਨਾਲ ਉਪਦੇਸ਼ ਕੀਤੇ ਤੇ ਆਹੀ ਕੁਛ ਨਹੀਂ ਹੈ। ਇਸੇ ਕਰਕੇ ਹੀ ਹੱਸਦੀਆਂ। ਕਹਿੰਦੀ ਹਾਂ ਪਿਤਾ ਜੀ, ਇਸੇ ਕਰਕੇ ਹੀ ਹੱਸਦੀਆਂ ਵੀ ਅੱਜ ਐਡੇ ਐਡੇ ਪਹਾੜ ਸਿੱਟੀਆਂ ਨੇ ਸਾਡੇ ਮੂਹਰੇ ਧਰ ਧਰੀ ਜਾਂਦਾ, ਫਰੋਲੀ ਜਾਂਦਾ। ਇਹ ਉਹਦੇ ਤੇਰੇ ਕਿੱਥੇ ਗਏ ਤੇ?